इधर सत्संग जी दुष्ट दमन जी जंग करी जाते ने, हजारा साल बतीत गए जंग करदे। ये थकी हुई प्रगट हुई दोबारा चंडी, आराम करके नाल इहदे काली है, निकली मत्था फोड़ के सत्संग जी तादक चंडी दी बात चंडी चरित्रां दे विच भी आउंदा। अपने मस्तक दे विचों वीर रसी सत्संग जी बिरती द्वारा इहनूं काली नूं प्रगट करके चंडी इहदी ड्यूटी ला दित्ती कि हुण खून दी बूंद थल्ले ना डिग पवे, बा पी तुरी चलनी। यही जी शक्ति काली प्रगट कीती सत्संगत जी। उस वेले दोनों जणियां राक्षसां नूं वढण लग गईयां। किलकत कह कह कटक खवाए, जिन्नी कटक फौज सी ना सत्संगत जी राक्षसां दी लग गईयां खपाउण, कलकारियां मारदी है, खून पी पी के रजदी नहीं काली। हिम कर जतन अनेक विधन के, इਉਂ अनेकां जुगतियां दे नाल जतन करके सब दैतन दल कीन सहान। सारे दैंतां दा सत्संग जी दिना दल सी सारा खत्म कर दिता। अपराजता भगवती भीमा, अपरजिता ਜਿਹੜੀ ਹੋਰਾਂ ਕਰਕੇ ਜਿੱਤੀ ਨਹੀਂ ਜਾਂਦੀ, ਭਵਾਨੀ ਸਤਿ ਜੀ ਸੰਸਾਰ ਵਿੱਚ ਸਾਰੇ ਪ੍ਰਗਟ ਹੈ। ਇਸੇ ਤਰ੍ਹਾਂ ਭੀਮਾ ਭਿਆਨਕ ਰੂਪ ਵੀ ਧਾਰਨ ਵਾਲੀ ਹੈ, ਭੱਦਰਾ ਕਲਿਆਣ ਕਰਨ ਵਾਲੀ ਵੀ ਹੈ। ਅਬੇ ਪਹਿਰਾ ਜਾਨ, ਭੈ ਨਾਸ਼ ਕਰਨ ਵਾਲੀ ਆਪਣੇ ਸੇਵਕਾਂ ਦੇ ਭੈ ਨੂੰ ਨਾਸ਼ ਕਰਦੀ, ਆਪ ਅਭੈ ਹੈ। ਪਰਮ ਪ੍ਰਸੀਦਤ ਉਤਫਲ ਨਈਆਂ, ਪਰਮ ਪ੍ਰਸੀਦਤ ਉਤਫਲ ਨਾਇਨਾ। ਉਸ ਵੇਲੇ ਸਤਿ ਜੀ ਬਹੁਤ ਖੁਸ਼ ਹੋਈ, ਨੇਤਰ ਕਵਲ ਵਾਂਗੂ ਖਿੜੇ ਹੋਏ ਹਨ ਚੰਡੀ ਦੇ। ਜਨ ਅਰਬਿੰਦ ਭੋਰ ਪਿਖ ਭਾਨ, ਜਿਵੇਂ ਸੂਰਜ ਨੂੰ ਸਵੇਰ ਦੇ ਨੂੰ ਦੇਖ ਕੇ ਖਾਲਸਾ ਜੀ ਕਵਲ ਖਿੜਦੇ ਆ ਨਾ, ਐ ਨੇਤਰ ਖਿੜੇ ਇਸ ਦੇ ਚੰਡੀ ਦੇ। ਅਸੁਰ ਅਸੰਖਾਂ ਤੇ ਕਰ ਪਰਾਕਰਮ, ਅਸੰਖਾਂ ਦੈਂਤਾਂ ਨੂੰ ਉਦਮ ਕਰਕੇ ਵਿਜੇ ਲਈ ਰਿਪ ਸਭ ਸ਼ੈਮਾਨ। ਸਾਰੇ ਸਤ ਸੰਗਤ ਜੀ ਦੈਂਤ ਮਾਰ ਦਿੱਤੇ, ਜਿੱਤ ਪ੍ਰਾਪਤ ਕਰ ਲਈ। ਦੋਰਾ ਭੋ ਦੇਵੋ ਤੁਮ ਸਭ ਲਖੋ, ਇਹ ਬ੍ਰਹਮਾ ਦੱਸ ਰਿਹਾ ਹੈ, ਦੇਵਤੇ ਘਬਰਾਏ ਹੋਏ ਸੀ ਨਾ ਕਿ ਕੌਣ ਤਪ ਕਰ ਰਿਹਾ। ਜਦੋਂ ਦੁਸ਼ਟ ਦਮਨ ਰੂਪ ਵਿੱਚ ਆਪ ਜੀ ਨੇ ਹੇਮਕੁੰਟ ਤੇ ਤਪ ਕੀਤਾ ਹੈ, ਉਹ ਤਪ ਦਾ ਤੇਜ ਪ੍ਰਤਾਪ ਬਕੁੰਠ ਧਾਮ ਤੱਕ, ਇਸੇ ਤਰ੍ਹਾਂ ਸਤ ਸੰਗਤ ਜੀ ਸਵਰਗ ਤੱਕ ਬ੍ਰਹਮ ਲੋਕ ਤੱਕ ਪਹੁੰਚਿਆ। ਉਹ ਤੇਪ ਤਜ ਜਿਹੜਾ ਬੜਾ ਤਪਸੀ ਨਾ, ਉਹ ਤੋਂ ਘਬਰਾਏ ਹੋਏ ਦੇਵਤੇ ਬ੍ਰਹਮਾ ਜੀ ਤੋਂ ਆ ਕੇ ਪੁੱਛਿਆ। ਬ੍ਰਹਮਾ ਨੇ ਸਾਰਾ ਅਖਿਆਨ ਸਤ ਸੰਗਤ ਜੀ ਭੇਤ ਦੱਸਿਆ ਕਿ ਚਿੰਤਾ ਨਾ ਕਰੋ, ਇਹ ਹਰਨਾਕਸ਼ ਵਰਗਾ ਕੋਈ ਰਾਖਸ਼ ਨਹੀਂ ਤਪ ਕਰ ਰਿਹਾ। ਇਹ ਉਹ ਤਪੱਸੀ ਹੈ ਜਿਹੜਾ ਸਤਜੁਗ ਦੇ ਸਮੇਂ ਤੋਂ ਤਪ ਕਰ ਰਿਹਾ ਹੈ। ਜਤਾ ਭਗਵਤੀ ਜੀਤ, ਜਿਵੇਂ ਭਗਵਤੀ ਦੀ ਜਿੱਤ ਕਰਾਈ, ਮਦਦ ਕੀਤੀ ਚੰਡੀ ਦੀ ਦੁਸ਼ਟ ਦਮਨ ਨੇ। ਉਹਨੇ ਪੁਰਖ ਕੋ ਪੇਖ ਕਰ, ਜਦੋਂ ਸਤ ਦੀ ਜਿੱਤ ਪ੍ਰਾਪਤ ਹੋ ਗਈ, ਸ਼ਮਨ ਹੋ ਗਏ ਸਾਰੇ ਰਾਖਸ਼, ਫਿਰ ਪੂਰਨ ਪੁਰਖ ਸਤ ਸੰਗਤ ਜੀ ਕੌਣ ਨੇ? ਗੁਰੂ ਗੋਬਿੰਦ ਸਿੰਘ ਸਾਹਿਬ ਦੁਸ਼ਟ ਦਮਨ ਜੀ ਨੇ। ਇਹਨਾਂ ਵੱਲ ਨੂੰ ਦੇਖਿਆ, ਖੜੇ ਨੇ ਅੰਗ ਅੰਗ ਸਤ ਸੰਗਤ ਜੀ, ਦੇਖ ਲੋ ਛਿੱਲਿਆ ਪਿਆ ਸ਼ਸਤਰਾਂ ਦੇ ਨਾਲ। ਆਪ ਜੀ ਨਿਰਭੈ ਹੋ ਕੇ ਖੜੇ ਨੇ। ਦੇਖਿਆ ਚੰਡੀ ਨੇ, ਪਰਮ ਪ੍ਰਸੀਦਤ ਚੀਤ, ਬਹੁਤ ਹੀ ਖੁਸ਼ ਹੋਈ, ਹਿਰਦੇ 'ਚ ਵੀ ਮੇਰੀ ਮਦਦ ਕੀਤੀ ਹੈ ਇਹਨਾਂ ਨੇ। ਹੋਈਆ ਛੰਦ ਹੇ ਤਪਸੀ ਕੇ ਤਪ ਪਰਸੋਤਮ, ਕੀ ਕਹਿਣ ਲੱਗੀ ਚੰਡੀ? ਹੇ ਸਮੁੰਦਰ ਕੀ ਤਪੱਸੀ ਦੇ ਤਪ ਦਾ ਰੂਪ ਧਾਰਨ ਵਾਲੇ ਉੱਤਮ ਪੁਰਸ਼ ਦੁਸ਼ਟ ਦਮਨ, ਅਬਨਾਸੀ ਕੀ ਅੰਸ਼ ਸਮੇਤ। ਤੁਸੀਂ ਕੌਣ ਹੋ? ਅਬਨਾਸੀ ਦੀ ਅੰਸ਼ ਸਮੇਤ ਹੋ। ਅਬਨਾਸੀ ਕੌਣ ਹੈ? ਖਾਲਸਾ ਜੀ ਨਾਸ ਤੋਂ ਰਹਿਤ ਬ੍ਰਹਮ ਵਿਸ਼ਵ ਪਰਮੇਸ਼ਰ ਦੀ ਅੰਸ਼ ਹੋ ਤੁਸੀਂ। ਕਰ ਪਰਾਕਰਮ ਰਿਪ ਘਾਤ ਪਾਤੇ, ਇਹ ਤੁਸੀਂ ਉਦਮ ਕਰਕੇ ਜ਼ਖਮ ਪਾ ਪਾ ਕੇ ਧਰਤੀ ਤੇ ਲਟਾ ਕੇ ਰੱਖ ਦਿੱਤੇ ਰਾਖਸ਼ ਜਿਹੜੇ ਮੈਨੂੰ ਤੰਗ ਕਰਦੇ ਸੀ। ਚੰਡੀ ਲੱਗੀ ਕਹਿਣ, ਅਨਗਨ ਪਰੇ ਅਯੋਧਨ ਖੇਤ, ਜੰਗ ਭੂਮਿਕਾ ਵਿੱਚ ਅਨੇਕਾਂ ਪਏ ਨੇ ਢੇਰਾਂ ਦੇ ਢੇਰ ਰਾਖਸ਼ ਮਰੇ। ਦਾਰੁਣ ਦੁਸੇ ਮਚਾਇਓ ਸੰਘਰ, ਬੜਾ ਨਾ ਸਹਾਰਿਆ ਜਾਣ ਵਾਲਾ ਭਿਆਨਕ ਤੁਸੀਂ ਜੰਗ ਰਚਿਆ ਹੈ ਇਹ ਦੁਸ਼ਟ ਦਮਨ ਜੀ। ਸੁਣਤ ਗਰਜਨਾ ਦੁਸ਼ਟ ਅਚੇਤ, ਥੋੜੀ ਗਰਜਨਾ ਨੂੰ ਜਕਾਰੇ ਨੂੰ ਸੁਣ ਸੁਣ ਕੇ ਜਿਹੜੇ ਦੁਸ਼ਟ ਪਾਪੀ ਸੀ ਘਬਰਾ ਜਾਂਦੇ ਸੀ। ਭੈ ਅਧੀਰ ਭੀਰਤਾ ਧਰ ਕੇ, ਕਾਇਰਤਾਈ ਧਾਰ ਕੇ ਧੀਰਜ ਛੱਡ ਦਿੱਤਾ ਰਾਖਸ਼ਾਂ ਨੇ। ਰਹੇ ਸਮੁਖ ਗਏ ਮਿਰਤੂ ਨਕੇਤ, ਜਿਹੜੇ ਨੱਠ ਕੇ ਕਾਇਰ ਹੋ ਕੇ ਉਹ ਬਚ ਰਹੇ, ਜਿਹੜੇ ਸਾਹਮਣੇ ਆਏ ਮੌਤ ਦੇ ਮੂੰਹ ਚ ਉਪੜਾ ਦਿੱਤੇ ਤੁਸੀਂ। ਕੀਨਸ ਬਹੁ ਸਹਾਇਤਾ ਮੇਰੀ, ਚੰਡੀ ਕਹਿਣ ਲੱਗੀ ਬੜੀ ਕਿਰਪਾ ਕੀਤੀ, ਹੇ ਦੁਸ਼ਟ ਦਮਨ ਜੀ ਤੁਸੀਂ ਮੇਰੀ ਸਹਾਇਤਾ ਕੀਤੀ ਹੈ। ਹੱਥ ਕੇ ਦੈਤ ਭੀਮ ਸਮੁਦਾਏ,
ਹੱਥ ਕੇ ਦੈਤ ਭੀਮ ਸਮੁਦਾਏ। ਸਾਰੇ ਭਿਆਨਕ ਤੋਂ ਭਿਆਨਕ ਕਾਲੇ ਰੂਪਾਂ ਵਾਲੇ ਦੈਂਤ ਸੀ, ਸਾਰਿਆਂ ਨੂੰ ਤੁਸੀਂ ਮਾਰ ਕੇ ਮੇਰੀ ਸਹਾਇਤਾ ਕੀਤੀ। ਇੱਕ ਬੇਰ ਤੁਮ ਮੋਹੇ ਬੁਲਾਵੋ। ਇੱਕ ਵੇਰੀ ਫੇਰ ਕਿਤੇ ਜਦੋਂ ਤੁਸੀਂ ਅਵਤਾਰ ਧਾਰੋਗੇ ਮੈਨੂੰ ਜ਼ਰੂਰ ਬੁਲਾਇਓ। ਤਬ ਆਵਾਂਗੀ ਮੈਂ ਹਰ ਖਾਏ। ਮੈਂ ਬਹੁਤ ਤੁਹਾਡਾ ਰਿਣ ਉਤਾਰ ਨਹੀਂ ਸਕਦੀ, ਮੈਂ ਜ਼ਰੂਰ ਆਉਂਗੀ। ਅੱਜ ਸਾਧ ਸੰਗਤ ਜੀ, ਨੈਣਾ ਦੇਵੀ ਦੇ ਟਿੱਲੇ ਤੇ ਜਦੋਂ ਮਹਾਰਾਜ ਜੀ ਨੇ ਹਵਨ ਕੀਤਾ ਹੈ, ਆਪਸ ਵਿੱਚ ਹੀ ਪੱਖਪਾਤ ਕਰਕੇ ਆਪਾਂ ਕੋਈ ਝਗੜਦੇ ਰਹਿੰਦੇ ਆ। ਉਹ ਕਹਿੰਦੇ ਨਹੀਂ ਦੇਵੀ ਪ੍ਰਗਟ ਕੀਤੀ, ਉਹ ਕਹਿੰਦਾ ਕੀਤੀ ਹੈ। ਇਹ ਜਿਹੀਆਂ ਬਾਤਾਂ 'ਚ ਝਗੜਿਆਂ 'ਚ ਕੁਛ ਨਹੀਂ ਲੱਭਦਾ ਖਾਲਸਾ ਜੀ। ਜਦੋਂ ਝਗੜਾਂਗੇ ਦੋਨਾਂ ਤਰ੍ਹਾਂ ਦੇ ਖੂਨ ਸੁੱਕਦੇ। ਸੋ ਅੱਜ ਦੇਵੀ ਸਤ ਸੰਗਤ ਜੀ ਕਹਿ ਰਹੀ ਹੈ, ਸਤਯੁਗ ਦਾ ਸਮਾਂ ਜਦੋਂ ਦਾ ਇਹ ਜੰਗ ਦਾ ਵਰਣਨ ਹੈ, ਕਹਿਣ ਲੱਗੀ ਅਗਲੇ ਜਾਮੇ 'ਚ ਮੈਨੂੰ ਜ਼ਰੂਰ ਚੇਤੇ ਕਰਿਓ। ਸੋ ਸਤ ਸੰਗਤ ਜੀ, ਜੇ ਕੋਈ ਆਪਾਂ ਨੂੰ ਆਪ ਘਰ ਆ ਕੇ ਕਹਿ ਜਾਵੇ ਵੀ ਜਦੋਂ ਕਿਤੇ ਸਮਾਂ ਬਣੇ ਤਾਂ ਮੈਨੂੰ ਜ਼ਰੂਰ ਚੇਤੇ ਕਰੋ, ਕੀ ਉਹ ਸਤ ਸੰਗਤ ਜੀ ਆਰਾਧਨਾ ਹੈ ਉਸ ਨੂੰ? ਅੱਜ ਚੰਡੀ ਆਪ ਕਹਿ ਰਹੀ ਹੈ ਕਿ ਭਵਿੱਖ ਦੇ ਸਮੇਂ 'ਚ ਮੈਨੂੰ ਫੇਰ ਕਿਤੇ ਜ਼ਰੂਰ ਬੁਲਾਇਓ। ਮੇਰੀ ਬਹੁ ਪ੍ਰਸੰਨਤਾ ਤੁਮ ਪਰ। ਇਸ ਵੇਲੇ ਮੈਂ ਤੁਹਾਡੇ ਤੇ ਬਹੁਤ ਪ੍ਰਸੰਨ ਹਾਂ। ਜੇ ਰੱਖਿਆ ਮੇਰੀ ਕਰ ਸਕੇ ਤਾਂ ਤੁਸੀਂ ਵੀ ਕਰ ਸਕੇ ਹੋ। ਹੋਰ ਮੈਨੂੰ ਕੋਈ ਆਸਰਾ ਨਹੀਂ ਸੀ। ਤੁਹਾਡੇ ਪਿਤਾ ਸਮੁੰਦਰਖੀ ਦੇ ਕੋਲੇ ਜਾ ਕੇ ਮੈਂ ਸ਼ਰਨ ਲਈ, ਤੁਸੀਂ ਉਹਦੇ ਪੁੱਤਰ ਹੋ। ਤੁਸੀਂ ਨਿਰਭੈ ਹੋ ਕਰਕੇ ਸਾਰੇ ਰਾਖਸੀ ਜਿਹੜੇ ਮੈਨੂੰ ਦੁੱਖ ਰੂਪ, ਮੈਂ ਜ਼ਿੰਮੇਵਾਰੀ ਲੈ ਲਈ ਸੀ ਦੇਵਤਿਆਂ ਨੂੰ ਕਹਿ ਕੇ ਵੀ ਚਿੰਤਾ ਨਾ ਕਰੋ, ਮੈਂ ਰਾਖਸ਼ਾਂ ਨੂੰ ਮਾਰਾਂਗੀ। ਮੈਂ ਫੇਲ ਹੋ ਜਾਣਾ ਸੀ, ਮਾਰੇ ਨਹੀਂ ਸੀ ਜਾਣੇ, ਵਾਅਦੇ ਪੂਰਾ ਨਹੀਂ ਸੀ ਵਾਅਦੇ ਤੇ ਉਤਰ ਸਕਣਾ। ਅੱਜ ਦੁਸ਼ਟ ਦਮਨ ਜੀ ਤੁਹਾਡੀ ਕਿਰਪਾ ਕਰਕੇ ਮੈਂ ਦੇਵਤਿਆਂ ਨਾਲ ਜਿਹੜਾ ਵਾਅਦਾ ਪੂਰਾ ਕੀਤਾ, ਇਹ ਤੁਹਾਡੀ ਹੋਈ ਕਿਰਪਾ ਹੈ। ਪਰਨ ਬ੍ਰਹੋ ਲਿਓ ਜਿਮ ਉਰ ਆਏ। ਮੈਂ ਤੁਹਾਡੀ ਮਾਂ ਤੁਲ ਹਾਂ, ਕਿਰਪਾ ਕਰੋ। ਵਰੰ ਗੁਰੂ ਮੇਰੇ ਕੋਲੋਂ ਕੋਈ ਵਰ ਮੰਗ ਲੋ। ਅਬ ਸਰੀਰ ਜੋ ਧਾਰਨ ਕੀਨੋ। ਜਿਹੜਾ ਹੁਣ ਤੁਸੀਂ ਸਰੀਰ ਧਾਰਨਾ ਕੀਤਾ ਹੈ, ਚਿਰੰਜੀਵ ਹੋਵੋ ਸੁਖ ਪਾਏ। ਮੈਂ ਆਪਣੀ ਪ੍ਰਸੰਨਤਾ ਨਾਲ ਤੁਹਾਨੂੰ ਕਹਿੰਦੀ ਹੈ ਚਿਰੰਜੀਵੀ ਹੋਵੋ, ਤੁਹਾਡੀ ਆਜੂ ਬਹੁਤ ਵਧੇ ਔਰ ਸੁਖ ਪਾਵੋ। ਕਿਹੜੀ ਮਾਂ ਨਹੀਂ ਸਤ ਸੰਗਤ ਜੀ ਆਸ਼ੀਰਵਾਦ ਦਿੰਦੀ? ਜੇ ਗੁਰੂ ਸਾਹਿਬ ਨੂੰ ਸਤ ਸੰਗਤ ਜੀ ਆਪਾਂ ਪੂਜਦੇ ਆ, ਜੇ ਕਿਸੇ ਨੇ ਮਾਂ ਦੇ ਚਰਨੀ ਹੱਥ ਲਾਤਾ ਕੀ ਦੇਵੀ ਪੂਜ ਲਈ? ਕੀ ਉਹ ਖਾਲਸੇ ਨੂੰ ਆਪਾਂ ਤਨਖਾਹੀਆ ਠਹਿਰਾਵਾਂਗੇ ਤੂੰ ਮਾਂ ਦੇ ਪੈਰੀ ਕਿਉਂ ਹੱਥ ਲਾਇਆ? ਸੋ ਖਾਲਸਾ ਜੀ ਕੋ ਸੋਚਣਾ ਚਾਹੀਏ। ਸੋ ਇਹ ਚੰਡੀ ਨੇ ਸਤ ਸੰਗਤ ਜੀ ਉਸ ਵੇਲੇ ਕਿਹਾ ਮੈਂ ਤੁਹਾਨੂੰ ਵਰ ਦਿੰਦੀ ਹਾਂ, ਤੁਸੀਂ ਸੁਪੁੱਤਰ ਰੂਪ ਹੋ ਕਰਕੇ ਸੋਭ ਰਹੇ ਹੋ। ਅੱਜ ਲਿਖੀ ਦੇ ਤੁਸੀਂ ਚਿਰਜੀਵੀ ਹੋਵੋ, ਦੀਰਘ ਆਜੂ ਹੋਵੇਗੀ, ਨਾਲੇ ਸੁਖ ਪਾਓਗੇ। ਜਦਾ ਚਾਹੋ ਚਿਤ ਤਦਾ ਤਿਆਗੋ। ਤੁਹਾਡੇ ਸਵੈ ਇੱਛਾ ਰਹੀ, ਤੁਹਾਡੀ ਕਾਲ ਨਹੀਂ ਤੁਹਾਡੇ ਕੋਲੇ ਨੇੜੇ ਆਵੇਗਾ। ਜਦੋਂ ਤੁਹਾਡੀ ਇੱਛਾ ਹੋ ਸਰੀਰ ਤਿਆਗੋਗੇ, ਨਹੀਂ ਤਿਆਗਣਾ ਤਾਂ ਉਵੇਂ ਜਿਵੇਂ ਰਹੋਗੇ। ਲੱਖੋਂ ਸਮਤ ਜਰਾ ਨਾ ਆਏ। ਲੱਖਾਂ ਸਾਲ ਬਤੀਤ ਹੋ ਜਾਣਗੇ, ਵਡੇਪਾ ਵੀ ਤੁਹਾਡੇ ਨੇੜੇ ਨਹੀਂ ਆਵੇਗਾ। ਤਪਨ ਤਪੋ ਅਤ ਉਗਰ ਤੇਜ ਹੋਏ। ਬੜਾ ਭਾਰੀ ਤੁਹਾਡਾ ਤੇਜ ਪ੍ਰਤਾਪ ਵਧੇਗਾ। ਜਿੰਨੇ ਤਪ ਨੂੰ ਤਪਾਵੋਗੇ ਉਹਨਾਂ ਹੀ ਤੁਸੀਂ ਬਲ ਵਾਲੇ ਬਣੋਗੇ, ਸ਼ਕਤੀਆਂ ਦੇ ਸਹਿਤ। ਦੁਸ਼ਟ ਦਮਨ ਨਿਜ ਨਾਮ ਧਰਾਏ। ਉਸ ਵੇਲੇ ਦੁਸ਼ਟਾਂ ਨੂੰ ਦਮਨ ਦਬਾਇਆ ਹੈ ਨਾ, ਰਾਖਸ਼ਾਂ ਨੂੰ, ਤਾਂ ਦੁਸ਼ਟ ਦਮਨ ਨਾਮ ਰਖਾਇਆ ਹੈ। ਸੰਗਤ ਬਨੇ ਅਸੰਖ ਅਨੇਕ ਥਲ। ਅਗਲੇ ਜਾਮੇ ਵਿੱਚ ਤੁਹਾਡੀ ਅਨੇਕਾਂ ਥਾਵਾਂ ਤੇ ਸੰਗਤਾਂ ਬਣਨ ਗਈਆਂ। ਅੱਜ ਖਾਲਸਾ ਜੀ ਕਲਯੁਗ ਸੰਗਤਾਂ ਜਿੱਥੇ ਨੇ, ਗੁਰੂ ਨਾਨਕ ਦੇਵ ਦੀ ਫੁਲਵਾੜੀ ਸੰਗਤਾਂ ਇਹ ਕਿਹਦੀਆਂ ਨੇ? ਇਹ ਦੁਸ਼ਟ ਦਮਨ ਦੀਆਂ ਸੰਗਤਾਂ ਹਨ। ਮਮ ਸਰੂਪ ਹੀ ਹੈ ਜਿਸ ਭਾਏ। ਜਿਸ ਪ੍ਰਕਾਰ ਮੇਰਾ ਸਰੂਪ ਹੈ, ਇਸੇ ਤਰ੍ਹਾਂ ਸੰਗਤਾਂ ਹੋਇਆ ਕਰਨਗੀਆਂ। ਕਹਿਣ ਦਾ ਭਾਵ ਇਹ ਹੈ, ਅੱਗੇ ਖਾਲਸਾ ਜੀ ਰਿਸ਼ੀ ਮੁਨੀ ਤਪੱਸਿਆ ਕਰਦੇ ਔਰ ਗ੍ਰਸਤੀ ਆਦਮੀ ਜਾਇਆ ਕਰਦੇ, ਬੁੜੀਆਂ ਨੂੰ ਨਹੀਂ ਸੀ ਜਾਣ ਦਿੰਦੇ। ਮੁਸਲਮਾਨਾਂ ਦੇ ਹੁਣ ਮਸੀਤਾਂ ਜਾਣ ਲੱਗੀਆਂ, ਬੁੜੀਆਂ ਨਹੀਂ ਜਾਣ ਨਹੀਂ ਸੀ ਦਿੰਦੇ। ਜਿਹਾ ਜਿਹਾ ਮੇਰਾ ਸਰੂਪ ਆ, ਚੰਡੀ ਕਹਿਣ ਲੱਗੀ ਤੁਹਾਡੀ ਸੰਗਤ ਦੇ ਵਿੱਚ ਮੇਰੇ ਸਰੂਪ ਵਾਲੀਆਂ ਵੀ ਹੋਣਗੀਆਂ। ਅੱਜ ਸਤ ਸੰਗਤ ਜੀ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਨਰ ਮਨੁੱਖਾਂ ਨੂੰ ਇੱਕ ਨਿਧਾਨਾ। ਕਲਯੁਗ ਦੇ ਸਮੇਂ ਸਤ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕਰਕੇ ਥਾਂ ਥਾਂ ਤੇ ਸਤ ਸੰਗਤ ਜੀ ਸਿੱਖਿਆ ਇੱਕੋ ਜਿਹੀ ਦਿੱਤੀ ਹੈ, ਆਦਮੀਆਂ ਨੂੰ ਇਸਤਰੀਆਂ। ਲੇਕਿਨ ਅੰਤਰਾ ਕਿੰਨਾ ਕਾ ਹੈ, ਵਿਵਹਾਰਕ ਲੈਣ 'ਚ ਫਰਕ ਹੈ। ਕਦੇ ਪਰਮਾਰਥ ਲੈਣ ਤੇ ਵਿਵਹਾਰਕ ਲੈਣ ਨੂੰ ਦਲੀਆ ਨਾ ਕਰੀਏ, ਵਿੱਚ ਰਾਜੀਏ ਨਾ, ਜਿੱਦ ਮਿੱਦ ਨਾ ਕਰੀਏ। ਵਿਵਹਾਰਕ ਲੈਣ ਦੇ ਵਿੱਚ ਆਪਾਂ ਵੱਡੇ ਛੋਟੇ ਹਾਂ,
ਉਹੀ ਇਸਤਰੀ ਆ ਸਾਡੀ ਮਾਂ ਵੀ ਆ, ਸਭ ਤੋਂ ਉੱਚੀ ਵੀ ਹੈ। ਉਹੀ ਇਸਤਰੀ ਸਾਡੀ ਭੈਣ, ਸਾਡੇ ਬਰਾਬਰ ਵੀ ਹੈ। ਉਹੀ ਇਸਤਰੀ ਸਾਡੀ ਪਤਨੀ ਆ, ਉਹ ਸਾਡੀ ਦਾਸੀ ਵੀ ਹੈ। ਉਹੀ ਇਸਤਰੀ ਆ ਸਾਡੀ ਧੀ ਵੀ ਆ, ਸਭ ਤੋਂ ਛੋਟੀ ਵੀ ਹੈ। ਇਸਤਰੀ ਤਾਂ ਉਹੀ ਹੈ। ਕੀ ਫੈਸਲਾ ਕਰੋਗੇ ਵੀ ਮਾਈਆਂ ਬਰਾਬਰ ਨੇ ਜਾਂ ਉੱਚੀਆਂ ਨੇ? ਵਿਵਹਾਰਕ ਲੈਣ ਕੁਝ ਹੋਰ ਹੈ, ਪਰਮਾਰਥ ਲੈਣ ਕੁਝ ਹੋਰ ਹੈ। ਇਸ ਕਰਕੇ ਇਹ ਜੇ ਵਿਵਾਦ ਨੂੰ ਸਾਧ ਸੰਗਤ ਜੀ ਪਰੇ ਛੱਡ ਕੇ ਗੁਰਬਾਣੀ ਦੁਆਰਾ ਸਿਮਰਨ ਭਜਨ ਦਾ ਲਾਹਾ ਲੈਣਾ ਚਾਹੀਏ। ਇਹ ਦੰਦ ਕਥਾ 'ਚ ਨਿੰਦਿਆ ਉਸ ਦੀ ਲੱਭਦਾ ਕੱਖ ਨਹੀਂ ਖਾਲਸਾ ਜੀ। ਸੋ ਆਪ ਕਹਿ ਰਹੀ ਹੈ ਕਿ ਜੋ ਸੰਗਤ ਜੇ ਸਤਿਗੁਰ ਤੇ ਸਤ ਸੰਗਤ ਬਣਾਈ, ਇਹ ਸਤ ਸੰਗੀ ਮੰਨਣਾ ਪਵੇਗਾ। ਪਹਿਲਿਆਂ ਯੁਗਾਂ 'ਚ ਸੰਗਤ ਨਹੀਂ ਸੀ ਐ ਹੁੰਦੀ ਜਿਵੇਂ ਆਪਾਂ ਬੈਠੇ ਹਾਂ। ਘਰਾਂ ਨੂੰ ਤਿਆਗ ਕੇ ਬੜੇ ਬੜੇ ਤਪੱਸਿਆ ਕਰਿਆ ਕਰਦੇ। 4 ਆਸ਼ਰਮ ਨੇ, ਸੰਨਿਆਸ ਆਸ਼ਰਮ, ਬਾਣਪ੍ਰਸਥ ਆਸ਼ਰਮ, ਗ੍ਰਸਥ ਆਸ਼ਰਮ, ਬ੍ਰਹਮਚਾਰੀ ਆਸ਼ਰਮ। 25 ਸਾਲ ਤੱਕ ਬ੍ਰਹਮਚਾਰੀ ਜੋ ਅਵਸਥਾ ਆਉਂਦੀ ਹੈ, ਉਦੋਂ ਤੱਕ ਬ੍ਰਹਮ ਵਿਦਿਆ ਵੀ ਪੜ੍ਹਨੀ, ਬ੍ਰਹਮਚਾਰੀ ਰਹਿਣਾ। ਉਸ ਤੋਂ ਬਾਅਦ ਗ੍ਰਸਥੀ ਹੋ ਕੇ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਦੇਣੀਆਂ। ਜਦੋਂ ਸਤ ਸੰਗਤ ਜੀ ਢਲਦੀ ਜਵਾਨੀ ਆ ਗਈ, ਘਰ ਵਾਲੀ ਨੂੰ ਪੁੱਛਣਾ ਜੇ ਤਾਂ ਚੱਲਣਾ ਨਾਲ ਤਾਂ ਦੇਖ ਲੈ, ਜੇ ਬੱਚਿਆਂ ਦਾ ਮੋਹ ਕਰਨਾ ਤੇ ਇਹਨਾਂ ਕੋਲ ਹੀ ਰਹਿ। ਮੈਂ ਸਭ ਕੁਝ ਛੱਡਿਆ, ਨਹੀਂ ਤਾਂ ਬੁੜਾ ਮਰਦਿਆਂ ਥਾਈ ਨਾਲੇ ਨਾਲ ਚੁੰਜੀ ਬੰਨ ਛੱਡਦਾ। ਮੁੰਡੇ ਮਾਰ ਦਿੰਦੇ ਨੇ ਇਸੇ ਕਰਕੇ ਵੀ ਮੁਖਤਿਆਰੀ ਨਹੀਂ ਛੱਡਦਾ, ਅਸੀਂ ਬੁੜੇ ਹੋ ਚੱਲੇ। ਛੱਡ ਦਿੰਦੇ ਸੀ ਸਤ ਸੰਗਤ ਜੀ ਘਰ ਦਾ ਖਹਿੜਾ। ਫਿਰ ਵਿਅਕਤੀ ਛੱਡ ਕੇ ਬਾਣਪ੍ਰਸਥ ਜੰਗਲਾਂ ਜਾ ਕੇ ਤਪੱਸਿਆ ਕਰਦੇ ਸੀ। ਤਪੱਸਿਆ ਕਰਦਿਆਂ ਕਰਦਿਆਂ ਫਿਰ ਜਿਸ ਵੇਲੇ ਸਤ ਸੰਗਤ ਜੀ ਵਾਸ਼ਨਾ ਤਿਆਗ ਦੇਣੀਆਂ, ਫਿਰ ਸੰਨਿਆਸ ਗ੍ਰਹਿਣ ਕਰ ਲੈਣਾ। ਸੰਨਿਆਸ ਜੀ ਦੀਆਂ ਆਸਾਂ ਸੁੰਨ ਹੋ ਜਾਣ, ਉਹਨੂੰ ਸੰਨਿਆਸੀ ਕਹਿੰਦੇ ਹਨ। ਰੇਮਨ ਐਸੋ ਕਰ ਸੰਨਿਆਸਾ, ਕਲਗੀਧਰ ਪਾਤਸ਼ਾਹ ਨੇ ਸੰਨਿਆਸੀ ਦੇ ਲੱਛਣ ਕੀਤੇ ਹਨ। ਉਸ ਤੋਂ ਬਾਅਦ ਸਤ ਸੰਗਤ ਬ੍ਰਹਮ ਵਿੱਚ ਲੀਨਤਾ ਪਾ ਜਾਂਦੇ ਸੀ। ਸੋ ਸਾਰੇ ਥਾਵਾਂ ਦੇ ਉੱਤੇ ਤਪੱਸਿਆ ਕਰਦੇ ਸੀ। ਗ੍ਰਸਤੀਆਂ ਨੂੰ ਕੋਈ ਨਹੀਂ ਸੀ ਪੁੱਛਦਾ। ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਹੋਏ ਪੈਰੀ ਪਾਏ। ਸੰਗਤਾਂ ਦੀ ਸਤ ਸੰਗਤ ਜੀ ਥਾਂ ਥਾਂ ਤੇ ਥਾਂ ਬਣਾ ਦਿੱਤੀ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਬਸੋਆ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਅੱਗੇ ਇਸਤਰੀ ਜਾਤੀ ਨੂੰ ਭਜਨ ਕਰਨ ਦਾ ਅਧਿਕਾਰ ਨਹੀਂ ਸੀ। ਇਹਨੂੰ ਅਧਿਕਾਰ ਕੀ ਸੀ? ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਜੇ ਸੇਵਾ ਕਰਦੀ ਹੈ ਖਾਲਸਾ ਜੀ, ਅੱਧ ਦੀ ਮਾਲਕ ਹੋ ਜਾਂਦੀ। ਜੇ ਕੋਈ ਭਜਨ ਕਰਦਾ ਸੀ, ਇਹ ਨਾ ਸਮਝ ਰਹੇ ਹੋ ਕਿ ਉਦੋਂ ਇਸਤਰੀ ਨਾਲ ਧੱਕਾ ਸੀ। ਧੱਕਾ ਨਹੀਂ ਸੀ। ਸਾਨੂੰ ਪਰਮੇਸ਼ਰ ਦੀਂਦਾ ਨਹੀਂ, ਇਸਤਰੀ ਨੂੰ ਪ੍ਰਤੱਖ ਪਤੀ ਦਿਸ ਰਿਹਾ ਹੈ ਪਰਮੇਸ਼ਰ ਨੂੰ। ਉਹਨਾਂ ਦੀ ਸੇਵਾ ਕਰਕੇ ਕੋਈ ਭੁੱਲੀਆਂ ਹੋਈਆਂ ਸਾਖੀਆਂ ਨਹੀਂ। ਸਤ ਸੰਗਤ ਜੀ ਪੱਟੀ ਵਾਲੇ ਰਾਜੇ ਦੀ ਲੜਕੀ ਨੇ ਕੋੜੀ ਦੀ ਸੇਵਾ ਕੀਤੀ ਕਿ ਨਹੀਂ? ਪਤੀ ਤਾਂ ਕੋੜੀ ਸੀ, ਨਕਾਰਾ ਸੀ, ਲੇਕਿਨ ਸਤ ਸੰਗਤ ਜੀ ਅੱਜ ਤੀਰਥ ਪ੍ਰਗਟ ਹੋਣਾ ਉਹਦੀ ਬਦੌਲਤ ਹੈ। ਉਹਦੇ ਸਤ ਨੂੰ ਭਾਗ ਲੱਗਿਆ। ਜੇ ਕਹਿੰਦੀ ਇਹੋ ਜਿਹੇ ਟੋਏ ਸਿੱਟ ਕੇ ਮੈਂ ਹੋਰ ਕਰ ਲੈਣੀ ਆ, ਮੈਨੂੰ ਕੀ? ਅੱਜ ਸਤ ਸੰਗਤ ਜੀ ਉਹਦਾ ਜਸ ਹੁਣ ਤੱਕ ਹੋ ਰਿਹਾ ਹੈ। ਜਿਹਾ ਜਿਹਾ ਵੀ ਭਾਗਾਂ 'ਚ ਹੈ, ਉਹਦੀ ਜਿਹੜੀ ਸੇਵਾ ਕਰਦੀ ਹੈ ਇਸਤਰੀ ਸਤ ਸੰਗਤ ਜੀ, ਉਹ ਦਰਗਾਹ ਵਿੱਚ ਪ੍ਰਵਾਨ ਹੈ। ਕਿਸੇ ਸਮੇਂ ਵੀ ਇਸਤਰੀ ਨਾਲ ਧੱਕਾ ਨਹੀਂ ਹੋਇਆ। ਇਹ ਪ੍ਰਚਾਰ ਗਲਤ ਹੋ ਰਹੇ ਨੇ, ਜਿਸ ਕਰਕੇ ਸਤ ਸੰਗਤ ਜੀ ਸਾਰੇ ਹੀ ਅਸੀਂ ਧਰਮ ਤੋਂ ਗਿਰਦੇ ਜਾ ਰਹੇ ਹਾਂ। ਜਿੱਥੇ ਜਿੱਥੇ ਵਾਹਿਗੁਰੂ ਨੇ ਟਿਕਾਏ ਨੇ ਇਸਤਰੀ ਜਾਮਾ ਹੈ, ਤਾਂ ਸਤ ਸੰਗਤ ਜੀ ਜੋ ਇਸਤਰੀਆਂ ਦੇ ਨਿਯਮ ਨੇ ਉਹ ਆਪਣੇ ਪੂਰਨਿਆਂ ਤੇ ਪਾ ਕੇ ਸਤ ਸੰਗਤ ਜੀ ਆਪਣੇ ਜਨਮ ਸਫਲਾ ਕਰਨ। ਮਰਦ ਦਾ ਜਾਮਾ ਹੈ, ਉਹ ਜੇ ਕਰ ਗਏ ਪਿਆਰ ਨੇ ਤੁਧ ਨਾ ਛੋਡਾ ਮੂਲ। ਜੇ ਉਸਨੇ ਹੱਥ ਪਕੜ ਲਿਆ ਇਸਤਰੀ ਦਾ, ਸਤ ਸੰਗਤ ਜੀ ਮਹਾਰਾਜ ਦੇ ਸਾਹਮਣੇ ਸਾਖੀ, ਉਹ ਸਤ ਸੰਗਤ ਜੀ ਮੌਤ ਆ ਜਾਵੇ ਉਸਦਾ ਲੜ ਨਾ ਛੱਡੇ, ਉਹਦੇ ਉੱਤੋਂ ਦੀ ਖੂਨ ਬਹਾ ਦੇਵੇ। ਉਹਦੀ ਇੱਜ਼ਤ ਦਾ ਆਪ ਸਾਂਝਾ ਹੈ। ਸਤ ਸੰਗਤ ਜੀ ਜ਼ਿੰਮੇਵਾਰ ਹੈ। ਇਹ ਜਿਹੜਾ ਕਲਯੁਗ ਦੀ ਹਵਾ ਚੱਲ ਰਹੀ ਹੈ, ਇਹਦੇ ਚ ਨਾ ਸਤ ਸੰਗਤ ਜੀ ਆਦਮੀਆਂ ਦੀ ਗਤੀ ਨਾ ਇਸਤਰੀਆਂ ਦੀ ਗਤੀ। ਸੋ ਬਰਾਬਰ ਹੋਣ ਨਾਲ ਕੋਈ ਸਤ ਸੰਗਤ ਜੀ ਉੱਚੇ ਨਹੀਂ ਬਣ ਜਾਂਦਾ। ਕਾਕ ਅਟਾਰੀ ਪਰਬ ਹੈ, ਕਿਆ ਖੱਗਪਤ ਹੋਏ? ਜੇ ਕਾਂ ਉੱਚੇ ਛੋਂ ਬਹਿ ਜੂ, ਕਿਹੜਾ ਗਰੜ ਬਣਨ ਲੱਗਾ ਹੈ? ਨਿਵੇ ਸੋ ਗੌਰਾ ਹੋਏ, ਜਿਹੜਾ ਨੀਵਾਂ ਹੋਵੇਗਾ ਸਤ ਸੰਗਤ ਜੀ ਉਹੀ ਭਾਰਾ ਹੈ। ਉੱਚੇ ਬਣਨ ਵਾਲੇ ਦੇ ਸਤ ਸੰਗਤ ਜੀ ਹੱਥ ਕੱਖ ਨਹੀਂ ਆਉਂਦਾ ਹੈ। ਸੋ ਆਪ ਸਤ ਸੰਗਤ ਜੀ ਹੁਣ ਚੰਡੀ ਨੇ ਇਹ ਕੀ ਕਿਹਾ ਹੈ ਕਿ ਤੁਹਾਡੀ ਸੰਗਤ ਹੋਵੇਗੀ, ਮੇਰੇ ਵਰਗੇ ਰੂਪ ਵੀ ਸੰਗਤ ਵਿੱਚ ਹੋਇਆ ਕਰਨਗੇ। ਭਾਵ ਇਸਤਰੀਆਂ ਨੂੰ ਵੀ ਦਾਨ ਮਿਲਿਆ ਕਰੇਗਾ ਨਾਮ ਦਾ। ਇਸੀ ਬੇਸ ਮੈਂ ਬਣੇ ਰਹੋ ਨਿਤ। ਹੁਣ ਇਸ ਵੇਲੇ ਤੁਸੀਂ ਇਹੀ ਰੂਪ ਧਾਰ ਕੇ ਤਪ ਕਰੋ। ਜਬ ਜਬ ਜਹੇ ਕਹੇ ਕਰਵ ਸੁਹਾਏ। ਜਿੱਥੇ ਕਿੱਥੇ ਤੁਸੀਂ ਚਾਹੋਗੇ
ਮੈਂ ਫੇਰ ਹਾਜ਼ਰ ਹਾਂ ਤੁਹਾਡੇ ਚਰਨ ਸ਼ਰਨ ਵਿੱਚ, ਤੁਹਾਡੀ ਸਹਾਇਤਾ ਚਾਹੂੰਗੀ। ਬਾਕ ਵਿਸ਼ਾਰਦ ਦੁਰਗਾ ਬਾਕ ਕੋ। ਕਿਉਂ ਖਾਲਸਾ ਜੀ, ਦੁਰਗਾ ਚੰਡੀ ਨੇ ਜਿਹੜੇ ਉਜਲ ਬਚਨ ਬੜੇ ਸੁੰਦਰ ਕਹੇ ਮੂੰਹੋਂ, ਸੁਣਤ ਪੁਰਖ ਨੇ ਪਾਖਿਓ ਬੈਨ। ਉਸ ਵੇਲੇ ਪੂਰਨ ਪੁਰਖ ਦੁਸ਼ਟ ਦਮਨ ਨੇ ਬਚਨ ਸੁਣ ਕੇ ਆਸ਼ੀਰਵਾਦ ਵਾਲੇ ਬਚਨ ਕਹੇ। ਨਾਮ ਸਿੰਘ ਕੋ ਤਾਰਨ ਕਰਹੁ। ਕਹਿਣ ਲੱਗੇ ਅਸੀਂ ਨਾਮ ਸਿੰਘ ਰੱਖਾਂਗੇ ਮਗਰੋਂ, ਆਪ ਸਾਰਿਆਂ ਨਾਮਾਂ ਦੇ ਨਾਲ। ਖੁੱਲੇ ਕੇਸ ਕਟ ਤਾਗੇ ਹੈ ਨਾ। ਕੀ ਹੋਵੇਗਾ ਸਤ ਸੰਗਤ ਜੀ? ਖੁੱਲੇ ਕੇਸ ਕਟ ਤਾਗੇ ਹੈ ਨਾ। ਹਾਂ, ਫੇਰ ਕਹਿਣ ਲੱਗੀ ਚੰਡੀ, ਕਹਿਣ ਲੱਗੀ ਤੁਹਾਡੇ ਜਿਹੜੇ ਹੋਣਗੇ ਸ਼ਿਸ਼, ਤੁਹਾਡਾ ਵੀ ਤੇ ਤੁਹਾਡੇ ਸ਼ਿਸ਼ ਸਿੱਖਾਂ ਦਾ ਵੀ ਜਿਹੜਾ ਨਾਮ ਹੋਵੇਗਾ ਉਹਦੇ ਮਗਰ ਸਿੰਘ ਹੋਵੇਗਾ, ਔਰ ਕੇਸਾ ਧਾਰੀ ਹੋਣਗੇ। ਹੁਣ ਤੱਕ ਸਤ ਸੰਗਤ ਜੀ ਭਾਵੇਂ ਆਪਾਂ ਜੂੜਾ ਕਰ ਲੈਨੇ ਆ, ਕਿਸੇ ਨੇ ਤੁੰਨ ਲੀਆਂ ਕਿਸੇ ਨੇ ਮੁੰਨ ਲੀਆਂ, ਬੰਨਣ ਦੀ ਆਗਿਆ ਨਹੀਂ। ਇਹ ਤਾਂ ਇੱਕ ਪੇਟ ਦੀ ਰੋਜੀ ਵਾਸਤੇ ਮਜਬੂਰੀ ਆ। ਆਪਾਂ ਸਤ ਸੰਗਤ ਜੀ ਥਾਂ ਥਾਂ ਤੇ ਦਾੜੀ ਮੰਨਦੇ ਹਾਂ, ਲੇਕਿਨ ਦਾੜੀ ਆਪ ਜੀ ਦਾ ਹੈ ਬਚਨ ਹੈ, ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਗਾ ਕੇਸੀ ਚਾੜ। ਐਸੇ ਰਹਿਤਨਾਮੇ ਚ ਬਚਨ ਆਉਂਦੇ ਆ। ਚੰਡੀ ਕਹਿ ਰਹੀ ਹੈ ਕਿ ਸਤ ਸੰਗਤ ਜੀ ਖਾਲਸਾ ਜੂੜਾ ਵੀ ਗੱਠ ਨਹੀਂ ਕਰੀਦੀ। ਜੇ ਪੁਰਾਣੇ ਸਿੰਘਾਂ ਤੋਂ ਦੇਖੋ ਜਾ ਕੇ ਕਿਵੇਂ ਦਸਤਾਰਾ ਸਜਾਉਂਦੇ ਨੇ, ਉਸੇ ਤਰ੍ਹਾਂ ਸਤ ਸੰਗਤ ਜੀ ਪਹਿਲਾ ਲਾੜਾ ਜਿਹੜਾ ਦਸਤਾਰ ਦਾ ਉਹ ਜੂੜੇ ਦੇ ਨਾਲ ਲਪੇਟਣਾ, ਲਪੇਟ ਕੇ ਸਤ ਸੰਗਤ ਜੀ ਇਸ ਲੋਟ ਥੱਲੇ ਦੇ ਦੇਣਾ, ਗੱਠ ਨਹੀਂ ਜੂੜੇ ਨੂੰ ਕਦੇ ਦੇਈਦੀ। ਸੋ ਇਸੇ ਤਰ੍ਹਾਂ ਸਤ ਸੰਗਤ ਜੀ ਦਾੜਾ ਸਿੱਧਾ ਇਹ ਪ੍ਰਾਣੀ ਰਹਿਤ। ਉਸੇ ਤਰ੍ਹਾਂ ਇਹ ਚੰਡੀ ਵੀ ਕਹਿ ਰਹੀ ਹੈ ਕਿ ਤੇਰਾ ਪੰਥ ਜਿਹੜਾ ਦੁਸ਼ਟ ਦਮਨ ਜੀ ਕਲਯੁਗ ਦੇ ਬੰਦ ਹੋਵੇਗਾ। ਭਗਤ ਦੱਸ ਰਹੀ ਹੈ ਕਿ ਖੁੱਲੇ ਕੇਸ ਹੋਇਆ ਕਰਨਗੇ, ਸਿੰਘ ਨਾਮ ਹੋਇਆ ਕਰੂ ਪਿਛਲੇ ਪਾਸੇ। ਨਾਲ ਹੀ ਪੜੋ ਹੀ ਪੰਕਤੀ, ਖੁੱਲੇ ਕੇਸ ਕਟ ਤਾਗੇ ਹੈ ਨਾ। ਔਰ ਕੱਟ ਧਾਗੇ ਹੈ ਨਾ। ਜਨੇਊ ਨਹੀਂ ਹੋਵੇਗਾ, ਜਨੇਊ ਦੇ ਥਾਂ ਸ਼ਸਤਰ ਹੋਵੇਗਾ, ਕਿਰਪਾਨ ਹੋਵੇਗੀ ਗਾਤਰੇ। ਉਗਰ ਤੇ ਛਤਰਨ ਕੋ ਖਾਪੋ। ਔਰ ਬੜਾ ਭਾਰੀ ਤੁਹਾਡਾ ਉਗਰ ਤੇਜ ਪ੍ਰਤਾਪ ਹੋਵੇਗਾ। ਬੈਰੀਆਂ ਨੂੰ ਨਾਸ ਕਰੋਗੇ ਜਿਹੜੇ ਮਲੇਸ਼ ਹਨ। ਹੱਥ ਮਲੇਸ਼ ਪੰਕਜ ਨੈਣ। ਹਾਂ, ਕਵਲ ਸਰੀਕੇ ਨੇਤਰਾਂ ਵਾਲੀ ਉਸ ਵੇਲੇ ਕਹਿਣ ਲੱਗੀ ਦੈਂਤਾਂ ਨੂੰ ਤੁਸੀਂ ਜਿਵੇਂ ਨਾਸ ਕੀਤਾ, ਹੁਣ ਕਲਯੁਗ ਦੇ ਸਮੇਂ ਚ ਮਲੇਸ਼ ਹੋਣਗੇ, ਤੁਰਕ ਹੋਣਗੇ, ਉਹਨਾਂ ਨੂੰ ਮਾਰੋਗੇ। ਰਚਨਾ ਅਪਰ ਵਚਨ ਕੀ ਪਦਵੀ। ਰਚਨਾ ਵੀ ਰਚੋਗੇ, ਬਾਣੀ ਵੀ ਉਚਾਰੋਗੇ। ਉਹ ਜਿਹੜੇ ਬਚਨ ਹੋਣਗੇ ਸੰਸਕ੍ਰਿਤ ਵਿੱਚ ਨਹੀਂ ਹੋਣਗੇ, ਉਹ ਭਾਸ਼ਾ ਚ ਹੋਣਗੇ। ਹੋਰ ਉਹ ਪਦਵੀ ਹੈ ਜਿਹੜੀ ਉਹ ਰਚਨਾ ਦੀ ਮੁਕਤੀ ਦੇਣ ਵਾਲੀ, ਮੁਕਤੀ ਦੀ ਪਦਵੀ ਦੇਵੇਗੀ। ਹੋਰ ਰਚਨਾ ਰਚੋਗੇ ਖਾਲਸਾ ਜੀ। ਕਲਗੀਧਰ ਪਾਤਸ਼ਾਹ ਨੇ ਵੀਰ ਰਸੀ ਬਾਣੀ ਕੀ, ਸਤ ਸ੍ਰੀ ਅਕਾਲ ਉਸਤਤ ਕੀ, ਵਿਚਿੱਤਰ ਨਾਟਕ ਕੀ, ਦੋ ਚੰਡੀ ਚਰਿੱਤਰ ਕੀ, ਚੰਡੀ ਦੀ ਵਾਰ ਕੀ, ਗਿਆਨ ਪ੍ਰਬੋਧ ਕੀ, ਜਾਪ ਸਾਹਿਬ ਕੀ, 24 ਅਵਤਾਰਾਂ ਦੀ ਕਥਾ ਚਰਿੱਤਰ ਆਦਿਕ ਕਿਤਨੀ ਰਚਨਾ ਮਹਾਰਾਜ ਜੀ ਨੇ ਰਚੀ ਖਾਲਸਾ ਜੀ। ਇਹੋ ਜਿਹਾ ਅੰਮ੍ਰਿਤਮਈ ਉਪਦੇਸ਼ ਉਹ ਬਰ ਅੱਜ ਸਤਜੁਗ ਦੇ ਬਰ ਮਿਲੇ ਹੋਏ ਖਾਲਸਾ ਜੀ। ਕਲਯੁਗ ਚ ਬਾਣੀ ਪ੍ਰਗਟ ਹੋਈ। ਭੋਗ ਮੋਖ ਜੁਗ ਮਿਲੇ ਸਖੈਨ। ਤੁਹਾਡੀ ਬਾਣੀ ਤੋਂ ਪਦਾਰਥ ਵੀ ਮਿਲਣਗੇ ਸੇਵਕਾਂ ਨੂੰ, ਔਰ ਸੁਖਾਲੀ ਮੁਕਤੀ ਵੀ ਹੋਵੇਗੀ। ਦੁਸ਼ਟ ਅਧਰਮੀ ਸੌ ਕਰ ਸੰਘਰ। ਦੁਸ਼ਟ ਜਿਹੜੇ ਪਾਪੀ ਹੋਣਗੇ, ਗਊ ਘਾਤ ਕਰਨ ਵਾਲੇ, ਗਊ ਗਰੀਬ ਦਾ ਗਲ ਘੁੱਟਣ ਵਾਲੇ, ਉਹਨਾਂ ਨਾਲ ਜੰਗ ਕਰੋਗੇ ਤੁਸੀਂ। ਮਾਰਗ ਧਰਮ ਰਹੇ ਤਿਤ ਛਾਏ। ਤੁਹਾਡੇ ਪ੍ਰਤਾਪ ਦਾ ਸਦਕਾ, ਤੁਹਾਡੇ ਤਪ ਦਾ ਸਦਕਾ ਕਲਯੁਗ ਦੇ ਆਰੰਭ ਦੇ ਵਿੱਚ ਧਰਮ ਦਾ ਮਾਰਗ ਧਰਤੀ ਦੇ ਉੱਤੇ ਫੈਲਿਆ ਰਹੇਗਾ। ਜਿਤ ਕਿਤ ਹਤੇ ਮਲੇਚਨ ਗਨ ਕੋ। ਜਿੱਥੇ ਕਿੱਥੇ ਜਾਓਗੇ ਸਮੂਹ ਮਰੇਸ਼ਾਂ ਨੂੰ ਤੁਸੀਂ ਮਾਰੋਗੇ। ਇਹ ਭਵਿੱਖ ਦੇ ਸਤ ਸੰਗਤ ਜੀ ਸਾਰੇ ਸਮਾਚਾਰ ਨੂੰ ਚੰਡੀ ਕਹਿ ਰਹੀ ਹੈ। ਦੁਸ਼ਟ ਦਮਨ ਦੇ ਸਾਹਮਣੇ ਜਦੋਂ ਸਾਰੇ ਰਾਖਸ਼ ਮਾਰੇ ਗਏ, ਐਵੇਂ ਨਹੀਂ ਆਪਨੇ ਕਿਹਾ 1.25 ਲੱਖ ਸੇ ਇੱਕ ਲੜਾऊं ਤभी ਗੋਬਿੰਦ ਸਿੰਘ ਨਾਮ ਕਹਾऊं। ਖਾਲਸਾ ਜੀ ਬੜਾ ਭਾਰੀ ਤੇਜ ਪ੍ਰਤਾਪ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦਾ। ਵਧੇ ਯੁੱਧ ਪ੍ਰੇ ਯੁੱਧ ਮਚਾਏ। ਤੁਸੀਂ ਜਿਸ ਵੇਲੇ ਜੰਗ ਮਚਿਆ ਕਰੇਗਾ, ਹਮੇਸ਼ਾ ਵਾਸਤੇ ਜੰਗ ਦੇ ਨਾਲ ਪਿਆਰ ਰੱਖਿਆ ਕਰੋਗੇ। ਦੁਸ਼ਟ ਦਮਨ ਤੇ ਦੇਵੀ ਸੁਣ ਕਰ। ਦੁਸ਼ਟ ਦਮਨ ਤੇ ਦੇਵੀ ਸੁਣ ਕਰ। ਜਦੋਂ ਸਤ ਸੰਗਤ ਜੀ ਦੇਵੀ ਤੋਂ ਸੁਣਿਆ ਦੁਸ਼ਟ ਦਮਨ ਨੇ ਸਾਰੇ ਬਚਨ, ਕਈ ਭਵਿੱਖਤ ਬਾਤ ਸੁਣਾਏ। ਇਹ ਸਾਰੀ ਸੁਣਾ ਕੇ ਭਵਿੱਖ ਦੀ ਬਾਤ ਕਹਿ ਦਿੱਤੀ। ਪੂਰਬ ਭਾਗ ਚਤੁਰਤੇ ਯੁਗ ਕੋ। ਉਸ ਵੇਲੇ ਕਹਿਣ ਲੱਗੇ ਚੌਥਾ ਯੁਗ ਜਿਹੜਾ ਕਲਯੁਗ ਹੈ ਨਾ, ਇਹਦਾ ਪਹਿਲਾ ਹਿੱਸਾ ਪੂਰਬ
ਪਹਿਲਾ ਐਸਾ ਜਦੋਂ ਕਲਯੁਗ ਆਵੇਗਾ, ਆਰੰਭ ਹੋਵੇਗਾ, ਤਬੇ ਸਮੂਹ ਐਸੇ ਬਨ ਆਏ। ਉਦੋਂ ਇਹ ਸਮਾਂ ਬਣ ਆਵੇਗਾ। ਸਤਜੁਗ ਤੋਂ ਬਾਅਦ ਇਹ ਬਚਨ ਸਤਜੁਗ ਦੇ ਨੇ। ਤ੍ਰੇਤਾ ਰਾਮਚੰਦਰ ਦਾ ਸਮਾਂ ਲੰਘਿਆ, ਕ੍ਰਿਸ਼ਨ ਭਗਵਾਨ ਜੀ ਦਾ ਸਮਾਂ ਲੰਘਿਆ, ਕਲਯੁਗ ਦੇ ਆਰੰਭ ਵਿੱਚ ਇਹ ਵਰਤਾਰਾ ਵਰਤੇਗਾ। ਮੋਹਿ ਅਵਾਨ ਕੋ ਤੁਮ ਕਰੋ। ਉਸ ਵੇਲੇ ਚੰਡੀ ਕਹਿੰਦੀ ਮੈਨੂੰ ਫਿਰ ਬੁਲਾਇਓ ਜਰੂਰ। ਅਬ ਵਾਂਛਿਤ ਵਰ ਕੋ ਚਿਤ ਚਾਹੇ। ਜੋ ਮਨ ਵਿੱਚ ਤੁਹਾਨੂੰ ਵਰ ਦੀ ਲੋੜ ਹੋਊ, ਜੋ ਤੁਸੀਂ ਚਾਹੋਗੇ, ਮੈਂ ਤੁਹਾਡੀ ਮਦਦ ਤੇ ਹਾਜ਼ਰ ਹਾਂ। ਮੈਂ ਤਬ ਸ਼ਬਦ ਪ੍ਰਕਾਸ਼ਨ ਕਰਕੇ। ਉਸ ਵੇਲੇ ਮੈਂ ਕੜਕਾਂਗੀ ਬਿਜਲੀ ਵਾਂਗੂ, ਸ਼ਬਦ ਦਾ ਪ੍ਰਕਾਸ਼ ਕਰੂੰ। ਪਰਵ ਸਾਵੋ ਸਭ ਵਿਦ ਤੁਮ ਜਮਾਹੇ। ਮੈਂ ਤੁਹਾਡੇ ਪੰਥ ਦੇ ਵਿੱਚ ਪ੍ਰਗਟ ਹੋਊਂਗੀ, ਹਰ ਤਰ੍ਹਾਂ ਕਰਕੇ ਪ੍ਰਵੇਸ਼ ਹੋਊਂਗੀ। ਨਿਜ ਕੁਟੰਬ ਕੋ ਮੋਹ ਨਾ ਕਰਿਓ। ਆਪਣੇ ਪਰਿਵਾਰ ਦਾ ਮੋਹ ਨਾ ਕਰਿਓ। ਚੰਡੀ ਕਹਿੰਦੀ ਖਾਲਸਾ ਜੀ ਸਾਹਿਬਜ਼ਾਦਿਆਂ ਦਾ ਮੋਹ ਨਹੀਂ ਕੀਤਾ। ਹਾਂਜੀ। ਰਹੋ ਸਮਾਨ ਦੁੰਦ ਉਪਜਾਹੇ। ਜੰਗ ਦੇ ਵਿੱਚ ਨਿਰਭੈ ਹੋ ਕਰਕੇ ਜੰਗ ਕਰਨਾ ਧਰਮ ਦਾ ਹੈ, ਔਰ ਸਮਾਨ ਬਿਰਤੀ ਰੱਖਣੀ। ਦ੍ਰਿਸ਼ਟੀ ਗੋਚਰ ਸਾਹਮਣੇ ਖਾਲਸਾ ਜੀ ਸ਼ਹੀਦ ਕਰ ਲੈਣੇ ਆਪਣੇ ਸਾਹਿਬਜ਼ਾਦੇ, ਨਿਉਆਂ 'ਚ ਚਿਣੇ ਜਾਣੇ। ਮਹਾਰਾਜ ਜੀ ਨੇ ਖਾਲਸਾ ਜੀ ਕੀ ਕਿਹਾ ਮਾਤਾਵਾਂ ਨੂੰ? ਦਮਦਮੇ ਸਾਹਿਬ ਦੀ ਗੁਰੂ ਕੀ ਕਾਂਸ਼ੀ ਵਿੱਚ ਧਰਤੀ ਤੇ ਬੈਠ ਕੇ ਜਦੋਂ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਨੇ ਪੁੱਛਿਆ ਸਾਹਿਬਜ਼ਾਦੇ ਕੀ ਕਹਿੰਦੇ? ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਤ ਚਾਰ। ਚਾਰ ਮੂਏ ਤੋਂ ਕਿਹਾ ਪਿਆ ਜੀਵ ਇੰਨਾ ਤਪ ਕਿਹਨੂੰ ਪਿਆਰਾ ਹੋਣਾ? ਤਿੰਨ ਯੁਗ ਤਪ, ਨੇੜੇ ਨਾ ਤੇੜੇ ਸਮਾਂ। ਜੰਗ ਵਾਸਤੇ ਤੁਹਾਨੂੰ ਪ੍ਰਗਟ ਕੀਤਾ, ਦੂਜਾ ਪ੍ਰਯੋਜਨ ਹੈ। ਤਪ ਤੋਂ ਪ੍ਰਗਟ ਕੀਤਾ ਹੈ, ਜੰਗ ਵਾਸਤੇ ਪ੍ਰਗਟ ਕੀਤਾ ਹੈ। ਜੰਗ ਹੀ ਤੁਹਾਨੂੰ ਪਿਆਰਾ ਹੋਊਗਾ, ਧਰਮ ਦਾ ਯੁੱਧ ਕਰਿਆ ਕਰੋਗੇ। ਐਸੇ ਬਚਨ ਸਤ ਸੰਗਤ ਜੀ ਦੇਵੀ ਨਾ ਹੋਏ ਨੇ। ਜਿਸ ਪ੍ਰਕਾਰ ਅੱਗੇ ਕਥਾ ਆ ਰਹੀ ਹੈ, ਆਪ ਬਿਰਤੀਆਂ ਨੂੰ ਉਜਾਗਰ ਕਰੋ। ਹਲੇ ਸਤ ਸੰਗੀ ਚੰਡੀ ਨਾ ਹੋਰ ਥੋੜੇ ਜਿਹੇ ਬਚਨ ਵਿਲਾਸ ਹੋ ਰਹੇ ਨੇ। ਇਹਦੇ ਨਾਲ ਬਚਨ ਵਿਲਾਸ ਕਰਕੇ ਦੁਸ਼ਟ ਦਮਨ ਜੀ ਨੇ ਉਸ ਵੇਲੇ ਸਮੁੰਦਰ ਲਿਖੀ ਜੋ ਪਿਤਾ ਰੂਪ ਹਨ ਜਿਨ੍ਹਾਂ ਨੇ ਪ੍ਰਗਟ ਕੀਤੇ ਨੇ, ਉਹਨਾਂ ਕੋਲੇ ਬਚਨ ਵਿਲਾਸ ਕਰਨੇ। ਉਸ ਤੋਂ ਬਾਅਦ ਆਪਨੇ ਤਪ ਕਰਨਾ ਹੈ। ਇਹ ਕਥਾ ਆ ਰਹੀ ਹੈ, ਆਪਾਂ ਰਸ ਮਾਣੀਏ, ਸੁਣੋ। ਤਾਵਤ ਇਸ ਸਰੀਰ ਕੋ ਤਾਰੋ। ਚੰਡੀ ਕਹਿਣ ਲੱਗੀ, ਹੇ ਦੁਸ਼ਟ ਦਮਨ ਜੀ, ਜਿੰਨਾ ਚਿਰ ਤੁਹਾਡੀ ਇੱਛਾ ਹੈ ਆਪਣੇ ਸਰੀਰ ਨੂੰ ਇਸ ਨੂੰ ਰੱਖ ਸਕਦੇ ਹੋ। ਕਿਉਂ? ਜਿਹੜਾ ਸਤ ਸੰਗਤ ਜੀ ਅਕਾਲ ਪੁਰਖ ਦਾ ਉਪਾਸ਼ਕ ਹੈ, ਉਪਾਸ਼ਨਾ ਦਾ ਫਲ ਇਹ ਹੈ ਜਿਹਦੀ ਉਪਾਸ਼ਨਾ ਕਰੀਏ ਉਹਦੇ ਵਰਗੇ ਹੋ ਜਾਈਦਾ। ਜਿਨ ਹਰ ਜਪਿਆ ਸੇ ਹਰ ਹੋਏ। ਜਿਹਨੇ ਅਕਾਲ ਪੁਰਖ ਦੀ ਸਤ ਸੰਗਤ ਦੀ ਉਪਾਸ਼ਨਾ ਕੀਤੀ ਹੈ, ਉਹਦੇ ਨੇੜੇ ਕਾਲ ਨਹੀਂ ਆਊਗਾ। ਤੁਸੀਂ ਆਪਣੀ ਇੱਛਾ ਅਨੁਸਾਰ ਸਰੀਰ ਰੱਖ ਸਕਦੇ ਹੋ। ਕਲਯੁਗ ਦਾ ਆਰੰਭ ਆਵੇਗਾ, ਉਸ ਵੇਲੇ ਤੁਸੀਂ ਪੰਥ ਸਜਾਓਗੇ। ਗੁਰੂ ਨਾਨਕ ਦੇਵ ਜੀ 9ਵੀਂ ਜੋਤ ਤੋਂ ਬਾਅਦ 10ਵੇਂ ਸਰੂਜ ਤੁਸੀਂ ਪ੍ਰਗਟ ਹੋਵੋਗੇ। ਇਹ ਭਵਿੱਖਤ ਬਚਨ ਚੰਡੀ ਨੇ ਦੱਸ ਦਿੱਤੇ ਨੇ। ਨਾਲ ਹੀ ਕਹਿਣ ਲੱਗੀ, ਉਹਨਾਂ ਚਿਰ ਤੁਸੀਂ ਤਪ ਕਰੋ। ਤਪ ਪਰੇ ਤਪ ਕੋ ਤਪੋ ਤੁਮ ਮਾਹੇ। ਤੁਹਾਨੂੰ ਤਪ ਪਿਆਰਾ ਹੈ, ਉਤਸ਼ਾਹ ਦੇ ਨਾਲ ਤਪੱਸਿਆ ਕਰੋ। ਤਬ ਅਵਨਾਸੀ ਨਰ ਤਨ ਧਰ ਹੈ। ਕਲਯੁਗ ਦਾ ਸਮਾਂ ਆਵੇਗਾ, ਆਰੰਭ ਦੇ ਵਿੱਚ ਅਵਨਾਸੀ ਪਰਮੇਸ਼ਰ ਨਿਰੰਕਾਰ ਆਪ ਆਪਣਾ ਸਰੀਰ ਧਾਰੇਗਾ। ਆਪ ਨਰੈਣ ਕਲਾ ਧਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਗੁਰੂ ਨਾਨਕ ਦੇਵ ਜੀ ਅਵਤਾਰ ਧਾਰਿਆ ਹੈ। ਨੌ ਮੂਰਤ ਵਰਤੇ ਜਗ ਬੀਚ। ਉਹ ਫਿਰ ਕੀ ਕਰਨਗੇ? ਜੋ ਤੋਹਾ ਜੁਗਤ ਸਹਿ ਕਾਇਆ ਫਿਰ ਪਲਟੀਆ। 9 ਸਰੂਪਾਂ ਚ ਵਰਤਣਗੇ। ਜਿਸ ਵੇਲੇ 9ਵਾਂ ਸਰੂਪ ਹੋਊਗਾ ਤਖਤ ਤੇ, ਦਸਮ ਸਰੀਰ ਉਪਜ ਹੈ ਤੇਰੋ। ਚੰਡੀ ਕਹਿਣ ਲੱਗੀ, 10ਵਾਂ ਜਾਮਾ ਤੁਹਾਡਾ ਹੋਵੇਗਾ। ਪਰ ਵਿਛੇ ਜੋਤ ਮਹਾ ਹਿਤ ਸੀਚ। ਜਿਹਦੇ ਨਾਲ ਤੁਸੀਂ ਹਿਤ ਰੱਖਿਆ ਹੈ, ਭਾਵਨਾ ਰੱਖੀ ਹੈ ਵਾਹਿਗੁਰੂ ਦੇ ਤਪ ਸਿਮਰਨ ਭਜਨ ਵਿੱਚ, ਉਹ ਜਿਹੜੀ ਜੋਤ ਹੈ ਤੁਹਾਡੇ ਹਿਰਦੇ ਚ ਪ੍ਰਵੇਸ਼ ਹੋਵੇਗੀ। ਇੰਕਾਰ ਰੂਪ ਮੈਂ ਲੈ ਹੋਏ। ਇੰਕਾਰ ਰੂਪ ਮੈਂ ਲੈ ਹੋਏ। ਇੰਕਾਰ ਇੱਕ ਓੰਕਾਰ ਇੱਕ ਓੰਕਾਰ। ਤੁਸੀਂ ਇੱਕ ਓੰਕਾਰ ਜਿਹੜਾ ਸਰੂਪ ਹੈ ਵਾਹਿਗੁਰੂ ਦਾ, ਉਹਦੇ ਵਿੱਚ ਲੀਨ ਹੋ ਜਾਵੋਗੇ। ਪੰਥ ਪ੍ਰਕਾਸ਼ੇ ਦੇ ਰਿਪ ਮੀਚ। ਬੈਰੀਆਂ ਨੂੰ, ਦੁਸ਼ਟਾਂ ਨੂੰ ਤੁਸੀਂ ਮੌਤ ਦੇ ਘਾਟ ਉਤਾਰੋਗੇ। ਪੰਥ ਖਾਲਸਾ ਰਚੋਗੇ ਆਪਣੀ ਸਵੈ ਇੱਛਾ ਅਨੁਸਾਰ। ਧਰਮ ਥਿਰੇ
ਬਿਥਰੈ ਜਸ ਪਾਵਨ। ਤੁਸੀਂ ਧਰਮ ਨੂੰ ਇਸਤ ਰੱਖਣਾ ਚਾਹੁੰਦੇ ਹੋ, ਇਸੇ ਕਰਕੇ ਤੁਹਾਡਾ ਜਸ ਬੜਾ ਪਾਵਨ ਪਵਿੱਤਰ ਫੈਲੇਗਾ ਕਲਯੁਗ ਦੇ ਆਰੰਭ ਵਿੱਚ। ਕਰੇ ਉਦਾਹਰਨ ਊਚ ਰੋ ਨੀਚ। ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਆਪ ਜਿਹੜੇ ਨੀਚ ਤੋਂ ਨੀਚ ਕੋਈ ਨਾ ਜਾਣਾ ਕੋਈ ਨਾ ਮਾਨਾ ਸੇ ਪ੍ਰਗਟ ਹਰ ਦੁਆਰੇ। ਜਿਹੜੇ ਨੀਵੇਂ ਤੇ ਉਮਨੀਵੇਂ ਜਿਨ੍ਹਾਂ ਨੂੰ ਕੋਈ ਝੱਲੂਗਾ ਨਹੀਂ ਉਹਨਾਂ ਨੂੰ ਵੀ ਤੁਸੀਂ ਮੁਕਤ ਕਰੋਗੇ। ਹਿਮ ਕੈ ਜਗਤ ਈਸ਼ਰੀ ਤੈਸ਼ਨ। ਕਿਉਂ ਸਤ ਸੰਗਤ ਜੀ ਬਚਨ ਕਹਿ ਕੇ ਜਗਤ ਦੇ ਈਸ਼ਰ ਪਰਮੇਸ਼ਰ ਦੀ ਸ਼ਕਤੀ ਈਸ਼ਰੀ ਕਹਿ ਲੋ ਉਸ ਵੇਲੇ ਅਲੋਪ ਹੋਈ। ਉਪਜਾਇਓ ਔਰ ਪ੍ਰੇਮ ਅਪਾਰ। ਅਲੋਪ ਹੋਣ ਲੱਗੀ ਸਤ ਸੰਗਤ ਜੀ ਵਿਦਿਆ ਹੋਣ ਲੱਗੀ ਪ੍ਰੇਮ ਕਰ ਰਹੀ ਹੈ ਦੁਸ਼ਟ ਦਮਨ ਨਾਲ। ਲਗੀ ਚਾਟਵੇ ਅੰਗਨ ਸੂੰਗਤ। ਉਸ ਵੇਲੇ ਮਹਾਰਾਜ ਦੇ ਚਰਨ ਚੱਟਣ ਲੱਗੀ ਖਾਲਸਾ ਜੀ। ਅੰਗਾਂ ਨੂੰ ਸੁੰਘਦੀ ਹੈ ਪਿਆਰ ਕਰਦੀ ਹੈ ਕਿ ਆਪ ਜੈਸਾ ਪਰਉਪਕਾਰ ਕਿਸੇ ਨੇ ਨਹੀਂ ਕਰਨਾ। ਜੇ ਤੁਹਾਨੂੰ ਤਪੱਸੀ ਪ੍ਰਗਟ ਨਾ ਕਰਦਾ ਤਾਂ ਅੱਜ ਮੇਰੀ ਰਾਖਸ਼ ਗੁੱਤ ਪੱਟ ਕੇ ਰੱਖ ਦਿੰਦੇ, ਬਹੁਤ ਬੁਰਾ ਹਾਲਤ ਹੁੰਦੀ ਮੇਰੀ। ਜਤਾ ਬਤਸ ਕੋ ਤੈਨੂੰ ਪਿਆਰ। ਜਿਵੇਂ ਸਤ ਸੰਗਤ ਜੀ ਆਪਣੇ ਬਾਲਕ ਨੂੰ ਗਊ ਚਟਦੀ ਹੈ ਪਿਆਰ ਕਰਦੀ ਹੈ। ਹੇ ਸੁਤ ਇਹ ਕਿਰਪਾਨ ਲਗ ਲੀਜੇ। ਕਹਿਣ ਲੱਗੀ ਹੇ ਪਿਆਰੇ ਸੁਪੁੱਤਰ ਆ ਜਿਹੜੀ ਕਿਰਪਾਨ ਹੈ ਇਹ ਗਾਤਰਿਓ ਨਹੀਂ ਤਿਆਗਣੀ ਕਦੇ ਵੀ। ਨਿਜ ਤਨ ਸੋ ਨਿਤ ਰਖੋ ਸੰਭਾਰ। ਆਪਣੇ ਸਰੀਰ ਨਾਲ ਸੰਭਾਲ ਕੇ ਰੱਖਣੀ ਹੈ। ਸਿੰਘ ਖਾਲਸੇ ਹੋਏ ਖਾਲਸਾ। ਤੁਹਾਡੇ ਪਿਤਾ ਨੇ ਤੁਹਾਨੂੰ ਸੰਕਟ ਦੇ ਸਮੇਂ ਵਿੱਚ ਸ਼ੇਰ ਦੀ ਖੱਲ ਝੜਕ ਕੇ ਉਹਦੇ ਚੋਂ ਤੁਹਾਨੂੰ ਪ੍ਰਗਟ ਕੀਤਾ ਹੈ। ਇਸ ਕਰਕੇ ਸ਼ੇਰ ਸਭ ਤੋਂ ਵੱਡਾ ਸੂਰਮਾ ਮੰਨਿਆ ਹੈ ਔਰ ਸੁੱਧ ਮੰਨਿਆ ਹੈ। ਤੁਸੀਂ ਖਾਲਸਾ ਪ੍ਰਗਟ ਕਰੋਗੇ ਖਾਲਸਾ ਸਦਵਾਵੋਗੇ। ਛਤਰੀ ਪਦ ਸਭ ਆਯੁਧ ਧਾਰ। ਔਰ ਛਤਰੀਆਂ ਵਾਲੀ ਤੁਹਾਡੀ ਪਦਵੀ ਹੋਊ ਸ਼ਸਤਰ ਧਾਰੀ ਹੋਵੋਗੇ। ਤੇਜ ਸਿੰਘ ਕੋ ਸਦਾ ਪ੍ਰੋਗਮ। ਇਸੇ ਤਰ੍ਹਾਂ ਜਿਹੜੇ ਖਾਲਸੇ ਨੂੰ ਪ੍ਰਗਟ ਕਰੋਗੇ ਉਹਨਾਂ ਦਾ ਤੇਜ ਜਿਹੜਾ ਅੱਗੇ ਹੋਵੇਗਾ ਉਹ ਸ਼ੇਰ ਵਰਗਾ ਹੋਵੇਗਾ ਅੱਗਾ। ਰਹਿਤ ਸਹਿਤ ਜੇ ਸਿੰਘ ਉਦਾਰ। ਕਿਹਦਾ ਹੋਵੇਗਾ ਸ਼ੇਰ ਵਰਗਾ ਰੋਹਬਦਾਵ ਜਿਹੜੇ ਰਹਿਤ ਸਹਿਤ ਹੋਣਗੇ। ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ। ਇਸੇ ਕਰਕੇ ਮਹਾਰਾਜ ਨੇ ਰਹਿਤ ਬਹਿਤ ਦੀ ਬਹੁਤ ਮਹਿਮਾ ਕਹੀ ਹੈ। ਪਿੱਛੇ ਪਛਤਾਵਾ ਹੋਏ ਤਨ ਮਹਿ। ਇਹ ਵੀ ਦੱਸ ਰਹੀ ਹੈ ਵਿਦਿਆ ਹੋਣ ਲੱਗੀ ਚੰਡੀ ਕਿ ਜਿਹੜੇ ਕਹਿਆ ਨਹੀਂ ਨਾ ਮੰਨਣਗੇ ਤੁਹਾਡਾ ਕੁਝ ਸਮਾਂ ਤੁਹਾਡਾ ਖਾਲਸਾ ਜਿਹੜਾ ਪ੍ਰਗਟ ਕਰੋਗੇ 10ਵੇਂ ਜਾਮੇ ਚ ਜਾ ਕੇ ਸਤਜੁਗ ਦੇ ਬਚਨ ਹੋ ਰਹੇ ਨੇ। ਖਾਲਸਾ ਹੀ ਸਤਿਗੁਰ ਦੇ ਸਤਜੁਗ ਦੇ ਸਮੇਂ ਵਿੱਚ ਇਹ ਬਚਨ ਜਿਹੜੇ ਕਿ ਵਾਪਰਨੇ ਨੇ ਕਲਯੁਗ ਦੇ ਆਰੰਭ ਦੇ ਵਿੱਚ। ਸੋ ਕਹਿ ਰਹੀ ਹੈ ਕਿ ਤਕਰੀਬਨ ਆਪ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਬੜੇ ਭਾਰੀ ਕਸ਼ਟ ਆਉਣਗੇ ਖਾਲਸੇ ਨੂੰ। ਔਰ ਉਨਮਾਦ ਵਸਤੇ ਧਾਰ। ਤੁਹਾਡੇ ਸੇਵਕ ਵਸਤੂ ਅਮੋਲਕ ਰਾਜ ਰਜਵਾੜੇ ਹੋ ਜਾਣਗੇ। ਰਾਜ ਪਾ ਕਰਕੇ ਉਹਨ ਅਨਮਾਦ ਦਲਿੱਦਰ ਧਾਰ ਲੈਣਗੇ। ਆਲਸੀ ਹੋ ਜਾਣਗੇ। ਖਾਣਾ ਪੀਣਾ ਮਰਜ਼ਾਦਾ ਨਹੀਂ ਰੱਖਣਗੇ। ਸ਼ਰਾਬੀ ਕਬਾਬੀ ਹੋ ਜਾਣਗੇ। ਕਸ਼ਟ ਦੇਹ ਕੋ ਤੋਏ ਪੰਥ ਕੋ। ਤੇਰੇ ਪੰਥ ਦੀ ਦੇਹ ਨੂੰ ਕਸ਼ਟ ਬਹੁਤ ਆਵੇਗਾ। ਉਬਰੇ ਮਰੇ ਸੋ ਜੁਧ ਮਝਾਰ। ਪਰ ਜਿਹੜੇ ਸ਼ਹੀਦੀਆਂ ਪਾਉਣਗੇ ਉਹ ਤਰ ਜਾਣਗੇ। ਜਿਹੜੇ ਬਚਣਗੇ ਉਹ ਵੀ ਭਗਤੀ ਕਰਨਗੇ। ਇਮ ਕਹਿ ਕੇ ਅਰ ਬਹੁ ਹਿਤ ਕਰਕੇ। ਕਿਉਂ ਕਹਿ ਕੇ ਬਹੁਤ ਪਿਆਰ ਦੇ ਨਾਲ ਪ੍ਰੇਮ ਸਾਥ ਤਨ ਸਰਬ ਨਿਹਾਰ। ਪ੍ਰੇਮ ਦੇ ਨਾਲ ਸਤ ਸੰਗਤ ਜੀ ਦੁਸ਼ਟ ਦਮਨ ਜੀ ਦਾ ਸਰੂਪ ਦੇਖਿਆ ਸੋਹਣਾ। ਭਈ ਸੋ ਲੋਪ ਭਗਵਤੀ ਤਹ ਤੇ। ਇਹ ਭਗਵਤੀ ਉਸੇ ਵੇਲੇ ਸਤ ਸੰਗਤ ਜੀ ਅਲੋਪ